ਹੈਲੋ ਸਟੂਡੈਂਟਸ, ਅੱਜ ਆਪਾਂ ਬਿਜ਼ਨਸ ਸਟੱਡੀ ਦਾ ਚੈਪਟਰ ਕਰਾਂਗੇ। ਠੀਕ ਹੈ, ਡੈਲੀਗੇਸ਼ਨ ਐਂਡ ਅਥਾਰਟੀ ਵਾਲਾ। ਉਹਦੀਆਂ ਗਾਈਡਲਾਈਨਸ ਕਰਾਂਗੇ, ਮੈਜ਼ਰਸ ਫॉर ਮੇਕਿੰਗ ਡੈਲੀਗੇਸ਼ਨ ਇਫੈਕਟਿਵ। ਕੀ ਸਟੈਪਸ ਹੈ ਜਿਹੜੀ ਆਪਾਂ ਡੈਲੀਗੇਸ਼ਨ ਨੂੰ ਇਫੈਕਟਿਵ ਕਰੀਏ। ਡੈਲੀਗੇਸ਼ਨ ਕੀ ਹੁੰਦਾ ਵਾ, ਜੋ ਆਪਣੇ ਰਾਈਟਸ ਹੈ ਉਹਨੂੰ ਆਪਾਂ ਟਰਾਂਸਫਰ ਕਰ ਦੇਣਾ, ਕਿਸੇ ਨੂੰ ਹੋਰ ਦੇ ਦੇਣਾ, ਆਪਾਂ ਮਤਲਬ ਵੰਡ ਦੇਣਾ। ਠੀਕ ਹੈ, ਤਾਂ ਇਹਦੇ ਵਿੱਚ ਹੁਣ ਇਹਨਾਂ ਦੇ ਆਪਾਂ ਸਟੈਪਸ ਦੇਖਾਂਗੇ ਕੀ ਹੈ। ਡੈਲੀਗੇਸ਼ਨ ਦਾ ਫਸਟ ਜੋ ਪੁਆਇੰਟ ਹੈ, ਜੋ ਆਪਾਂ ਗਾਈਡਲਾਈਨਸ ਦੇ ਵਿੱਚ ਐਸਟੈਬਲਿਸ਼ਿੰਗ ਗੋਲਸ ਨੂੰ ਕੰਪਲੀਟ ਕਰਨਾ। ਡੈਲੀਗੇਸ਼ਨ ਕੀ ਹੈ, ਪਰਪਸਫੁਲ ਓਨਲੀ ਕਦੋਂ ਹੋਊਗੀ, ਸਿਰਫ ਉਦੋਂ ਹੀ ਇਫ ਦਾ ਆਰਗੇਨਾਈਜੇਸ਼ਨ ਗੋਲ ਆਰ ਕਲੀਅਰਲੀ ਡਿਫਾਈਨ। ਜੇ ਆਪਾਂ ਨੂੰ ਕੋਈ ਵੀ ਆਰਗੇਨਾਈਜੇਸ਼ਨ ਦੇ ਵਿੱਚ ਗੋਲ ਕਲੀਅਰਲੀ ਡਿਫਾਈਨ ਨਹੀਂ ਹੋਣਗੇ ਕਿ ਆਪਾਂ ਕਿੰਨਾ ਅਚੀਵ ਕਰਨੇ ਆ। ਠੀਕ ਹੈ, ਗੋਲ ਕਿੰਨਾ ਆਪਣਾ ਏਮ ਹੈ ਕਿ ਆਪਾਂ ਵੱਧ ਤੋਂ ਵੱਧ ਪ੍ਰੋਫਿਟ ਅਰਨ ਕਰਨਾ, ਮੈਕਸਿਮਮ ਕਿ ਪ੍ਰੀਵੀਅਸ ਈਅਰ ਨਾਲੋਂ 20% ਇਨਕਰੀਜ਼ ਕਰਨਾ ਕਿੰਨਾ, ਮਤਲਬ ਅਗਰ ਆਪਾਂ ਨੂੰ ਕਲੀਅਰਲੀ ਡਿਫਾਈਨ ਨਹੀਂ ਹੋਣਗੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ। ਇਸ ਲਈ ਕੀ ਹੈ, ਜੋ ਗੋਲ ਹੋਣੇ ਚਾਹੀਦੇ ਹੈ ਉਹ ਕਲੀਅਰਲੀ ਡਿਫਾਈਨ ਹੋਣ, ਸਹੀ ਤਰੀਕੇ ਨਾਲ ਆਪਾਂ ਨੂੰ ਦੱਸੇ ਹੋਣ। ਤਾਂ ਜੋ ਵੀ ਆਪਾਂ ਡੈਲੀਗੇਸ਼ਨ ਕਰਨ ਤੋਂ ਪਹਿਲਾਂ, ਸੋ ਬਿਫੋਰ ਡੈਲੀਗੇਟਿੰਗ ਮਤਲਬ ਅਧਿਕਾਰ ਸੌਂਪਣ ਤੋਂ ਪਹਿਲਾਂ ਕੀ ਹੈ, ਡੈਲੀਗੇਟਿੰਗ ਅਥਾਰਟੀ ਮਤਲਬ ਜਦੋਂ ਆਪਾਂ ਰਾਈਟਸ ਆਪਾਂ ਡੈਲੀਗੇਟ ਕੀ ਹੁੰਦਾ, ਸੌਂਪਣਾ ਕਿਸੇ ਨੂੰ। ਉਹ ਸੌਂਪਣ ਤੋਂ ਪਹਿਲਾਂ ਕੀ ਹੈ, ਐਂਡ ਅਸਾਈਨਿੰਗ ਟਾਸਕ ਹੁੰਦੇ ਆ ਵੰਡਣੇ। ਠੀਕ ਹੈ, ਟਾਸਕ ਜੋ ਵੀ ਕੰਮ ਵਗੈਰਾ ਅਸਾਈਨਿੰਗ ਆਪਾਂ ਵੰਡ ਦੇਣਾ। ਦ ਆਬਜੈਕਟਿਵ ਮਸਟ ਬੀ ਐਕਸਪਲੇਨ ਟੂ ਦ ਸਬੋਰਡੀਨੇਟਸ। ਆਬਜੈਕਟਿਵ ਕੀ ਹੈ, ਮਤਲਬ ਉਦੇਸ਼ ਵਿੱਚ ਕੀ ਆਊਗਾ, ਗੋਲ ਵਗੈਰਾ ਵੀ ਉਹਨਾਂ ਨੂੰ ਕਲੀਅਰ ਡਿਫਾਈਨ ਹੋਣ। ਇੱਕ ਹੁੰਦੇ ਸੁਪੀਰੀਅਰ, ਇੱਕ ਹੁੰਦੇ ਸਬੋਰਡੀਨੇਟਸ। ਸੁਪੀਰੀਅਰ ਕੌਣ ਹੁੰਦੇ ਆ, ਹਾਇਰ ਲੈਵਲ ਵਾਲੇ। ਸਬੋਰਡੀਨੇਟਸ ਹੁੰਦੇ ਆ ਲੋਅਰ ਲੈਵਲ ਵਾਲੇ। ਠੀਕ ਹੈ, ਤਾਂ ਇਸ ਲਈ ਜੋ ਲੋਅਰ ਲੈਵਲ ਵਾਲੇ ਵਰਕਰਸ ਆ ਉਹਨਾਂ ਨੂੰ ਕਲੀਅਰਲੀ ਡਿਫਾਈਨ ਹੋਣ ਕਿ ਕਿਸ ਤਰੀਕੇ ਨਾਲ ਆਪਾਂ ਕੰਮ ਕਰਨਾ ਵਾ। ਠੀਕ ਹੈ, ਇਵੇਂ ਨਹੀਂ ਕਿ ਆਪਣੇ ਅਕੋਰਡਿੰਗ ਉਹ ਕੰਮ ਨੂੰ ਕਰ ਰਹੇ ਹੈ। ਮੰਨ ਲਓ ਪ੍ਰੋਡਕਸ਼ਨ ਆਪਾਂ ਨੂੰ ਰॉ ਮਟੀਰੀਅਲ ਜਿੱਦਾਂ ਆਪਾਂ ਕਹਿ ਦਈਏ ਕਿ ਕਲੋਥ ਵਗੈਰਾ ਦੀ ਆਈ, ਬਟ ਉਹ ਕਰੀ ਕਿਸੇ ਹੋਰ ਵੱਲ ਪਾਸੇ ਜਾਂਦੇ। ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ, ਤਾਂ ਕਿ ਇਹਦਾ ਕਲੈਰਿਟੀ ਆਫ ਆਬਜੈਕਟਿਵ ਮੇਕ ਦੀ ਡੈਲੀਗੇਸ਼ਨ ਆਫ ਅਥਾਰਟੀ ਮੋਰ ਇਫੈਕਟਿਵ ਐਂਡ ਮੀਨਿੰਗਫੁਲ। ਇਸ ਤਰੀਕੇ ਨਾਲ ਇਹ ਬਹੁਤ ਹੀ ਜ਼ਿਆਦਾ ਆਪਾਂ ਨੂੰ ਮੀਨਿੰਗਫੁਲ ਬਣਾਉਣ ਦੇ ਵਿੱਚ ਆਪਣੀ ਹੈਲਪ ਕਰਦੀ ਹੈ, ਜੇ ਅਗਰ ਆਪਾਂ ਨੂੰ ਗੋਲ ਕਲੀਅਰ ਹੋਣਗੇ। ਨੈਕਸਟ, ਡਿਫਾਈਨਿੰਗ ਅਥਾਰਟੀ ਐਂਡ ਰਿਸਪੋਂਸੀਬਿਲਿਟੀ। ਹੁਣ ਅਥਾਰਟੀ ਕੀ ਹੈ ਅਤੇ ਰਿਸਪੋਂਸੀਬਿਲਿਟੀ ਕੀ ਹੈ। ਠੀਕ ਹੈ, ਅਥਾਰਟੀ ਤਾਂ ਹੁੰਦੇ ਰਾਈਟਸ, ਰਿਸਪੋਂਸੀਬਿਲਿਟੀ ਹੁੰਦੀ ਹੈ ਜ਼ਿੰਮੇਵਾਰੀ। ਅਤੇ ਇਹ ਆਪਾਂ ਨੂੰ ਕਲੀਅਰਲੀ ਡਿਫਾਈਨ ਹੋਣ ਕਿ ਅਥਾਰਟੀ ਕਿਹਨੂੰ ਦਿੱਤੀ ਗਈ ਹੈ। ਅਥਾਰਟੀ ਸੁਪੀਰੀਅਰ ਨੂੰ ਦਿੱਤੀ ਗਈ ਹੈ, ਰਿਸਪੋਂਸੀਬਿਲਿਟੀ ਜੋ ਆਪਾਂ ਸਬੋਰਡੀਨੇਟਸ ਨੂੰ ਦਿੱਤੀ ਗਈ ਹੈ ਵੀ ਉਹ ਆਪਣੀ ਜੋ ਵੀ ਉਹਨਾਂ ਨੂੰ ਦਿੱਤੇ ਗਏ ਆ ਉਸ ਕਲੀਅਰਲੀ ਉਸ ਤਰੀਕੇ ਨਾਲ ਹੀ ਕੰਮ ਨੂੰ ਕਰਨ। ਤਾਂ ਅਥਾਰਟੀ ਐਂਡ ਰਿਸਪੋਂਸੀਬਿਲਿਟੀ ਕੀ ਹੈ, ਈਚ ਸਬੋਰਡੀਨੇਟ ਸ਼ੁੱਡ ਬੀ ਕਲੀਅਰਲੀ ਡਿਫਾਈਨ। ਹਰ ਇੱਕ ਵਿੱਚ ਇੱਕ ਸਹੀ ਤਰੀਕੇ ਨਾਲ ਡਿਫਾਈਨ ਹੋਵੇ। ਇਟ ਅਵੋਇਡ ਦਾ ਡੁਪਲੀਕੇਸ਼ਨ ਆਫ ਟਾਸਕ, ਔਰ ਮਤਲਬ ਡੁਪਲੀਕੇਸ਼ਨ ਮਤਲਬ ਦੋ ਵਾਰੀ ਕੰਮ ਨਹੀਂ ਹੋਣਾ ਚਾਹੀਦਾ। ਮਤਲਬ ਕਨਫਿਊਜ਼ਨ ਨਹੀਂ ਹੋਵੇ, ਉਹਨੂੰ ਲੱਗੇ ਕਿ ਮੈਨੂੰ ਵੀ ਅਥਾਰਟੀ ਦਿੱਤੀ ਹੈ ਅਤੇ ਦੂਸਰੇ ਪਰਸਨ ਨੂੰ, ਸੁਪੀਰੀਅਰ ਐਂਡ ਸਬੋਰਡੀਨੇਟ ਨੂੰ ਲੱਗੇ ਦੋਨਾਂ ਨੂੰ ਦਿੱਤੀ ਹੋਈ ਹੈ। ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ। ਅਥਾਰਟੀ ਐਂਡ ਕਨਫਿਊਜ਼ਨ ਅਮੰਗ ਦਾ ਸਬੋਰਡੀਨੇਟਸ ਵੀ ਇਹ ਸਾਰੀਆਂ ਆਪਣੀ ਅਵੋਇਡ ਹੋਣੀ ਚਾਹੀਦੀ ਹੈ। ਦਾ ਸੁਪੀਰੀਅਰ ਨੂੰ ਕੀ ਪਤਾ ਹੋਣਾ ਚਾਹੀਦਾ, ਵਟ ਅਥਾਰਟੀ ਹੈਜ਼ ਬੀਨ ਡੈਲੀਗੇਟਡ, ਵੀ ਉਹਨੂੰ ਕੀ ਦਿੱਤੀ ਗਈ ਹੈ, ਕੀ ਸੌਂਪੀ ਗਈ ਹੈ। ਅਤੇ ਸਬੋਰਡੀਨੇਟ ਜਿਹੜੇ ਲੋਅਰ ਲੈਵਲ ਵਾਲੇ ਹੁੰਦੇ ਉਹਨਾਂ ਨੂੰ ਕੀ ਪਤਾ ਹੋਣਾ ਚਾਹੀਦਾ ਵਾ ਕਿ ਉਹਨਾਂ ਨੇ ਜੋ ਉਹਨਾਂ ਨੂੰ ਸੌਂਪਿਆ ਗਿਆ ਉਸ ਕੰਮ ਨੂੰ ਕਿਸ ਤਰੀਕੇ ਨਾਲ ਕਰਨਾ। ਇਸ ਤਰੀਕੇ ਨਾਲ ਕਹਿੰਦੇ ਆਪਾਂ ਨੂੰ ਕਲੀਅਰਲੀ ਜੇ ਪਤਾ ਹੋਣਗੇ ਫਿਰ ਇਹ ਇਫੈਕਟਿਵ ਬਣਾਉਂਦੀ ਹੈ। ਠੀਕ ਹੈ, ਨੈਕਸਟ ਹੈ ਮੋਟੀਵੇਟਿੰਗ ਦਾ ਸਬੋਰਡੀਨੇਟਸ। ਮੋਟੀਵੇਟ ਉਹਨਾਂ ਨੂੰ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ, ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਵਾ। ਉਹ ਕਿਸ ਤਰੀਕੇ ਨਾਲ, ਫਾਈਨੈਂਸ਼ੀਅਲ ਵੀ ਅਤੇ ਨਾਨ ਫਾਈਨੈਂਸ਼ੀਅਲ ਇਨਸੈਂਟਿਵਸ ਵੀ ਜ਼ਰੂਰੀ ਨਹੀਂ ਹੁੰਦਾ ਕਿ ਉਹ ਜਿਹੜੇ ਸਬੋਰਡੀਨੇਟਸ ਹੈ ਮਤਲਬ ਵਰਕਰਸ ਹੈ ਉਹ ਹਮੇਸ਼ਾ ਪੈਸੇ ਨਾਲ ਹੀ ਖੁਸ਼ ਰਹਿਣਗੇ। ਨਾਨ ਫਾਈਨੈਂਸ਼ੀਅਲ ਦੇ ਵਿੱਚ ਵੀ ਟਰਮਸ ਆਉਂਦੀਆਂ ਇਨਸੈਂਟਿਵ, ਲਾਈਕ ਅਗਰ ਉਹਨਾਂ ਨੂੰ ਕੰਮ ਕਰਦੇ ਵਕਤ ਸੱਟ ਵਗੈਰਾ ਲੱਗ ਗਈ ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਤਲਬ ਪ੍ਰੋਵਾਈਡ ਕਰਨੀਆਂ ਉੱਥੇ। ਠੀਕ ਹੈ, ਫੈਸਿਲਿਟੀ ਸਾਰੀ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਜਾਂ ਫਾਈਨੈਂਸ਼ੀਅਲ ਜਿੱਦਾਂ ਉਹਨਾਂ ਨੇ ਜਾਂ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੂੰ ਆਪਾਂ ਰਿਵਾਰਡ ਵਗੈਰਾ ਦੇਤਾ, ਉਹ ਸਾਰੀਆਂ ਚੀਜ਼ਾਂ ਮਨੀ ਦੀ ਫਾਰਮ 'ਚ ਦੇਤੀਆਂ, ਜਾਂ ਵੈਸੇ ਉਹਨਾਂ ਨੂੰ ਆਪਾਂ ਦਿੱਤਾ। ਨਾਨ ਫਾਈਨੈਂਸ਼ੀਅਲ ਹੁੰਦੀਆਂ ਜੋ ਬਿਨਾਂ ਪੈਸੇ ਤੋਂ ਵੀ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ। ਫਾਈਨੈਂਸ਼ੀਅਲ ਮਤਲਬ ਇਨ ਟਰਮਸ ਆਫ ਮਨੀ। ਇਸ ਤਰੀਕੇ ਨਾਲ ਉਹਨੂੰ ਆਪਾਂ ਮੋਟੀਵੇਟ ਕਰਦੇ ਰਹਿਣਾ ਚਾਹੀਦਾ ਵਾ। ਨੈਕਸਟ ਕੀ ਹੈ, ਟ੍ਰੇਨਿੰਗ ਦਾ ਸਬੋਰਡੀਨੇਟਸ ਨੂੰ ਜਿਹੜੇ ਆਪਣੇ ਵਰਕਰਸ ਆ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਸਹੀ ਤਰੀਕੇ ਨਾਲ ਅਗਰ ਆਪਾਂ ਪ੍ਰੋਵਾਈਡ ਕੀਤੀ ਹੋਊਗੀ ਤਾਂ ਉਹ ਕੰਮ ਨੂੰ ਸਹੀ ਤਰੀਕੇ ਨਾਲ ਕਰਨਗੇ। ਸਮਟਾਈਮਸ ਕੀ ਹੁੰਦਾ ਹੈ ਕਿ ਕਈ ਵਾਰ ਆਪਣੇ ਕੋਲ ਕੀ ਹੈ, ਸਬੋਰਡੀਨੇਟ ਸ਼ਿਰਕ ਟੂ ਟੇਕ ਅਥਾਰਟੀ ਐਂਡ ਰਿਸਪੋਂਸੀਬਿਲਿਟੀ। ਸ਼ਿਰਕ ਹੁੰਦਾ ਕਿ ਅਵੋਇਡ ਕਰਦੇ ਆ, ਮਤਲਬ ਉਹ ਅਵੋਇਡ ਕਿਉਂ ਕਰਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੋ ਵੀ ਆਪਾਂ ਕੰਮ ਆ ਆਪਾਂ ਨੂੰ ਟਾਸਕ ਵੰਡੇ ਹੁੰਦੇ ਉਹ ਕਿਸ ਤਰੀਕੇ ਨਾਲ ਆਪਾਂ ਕਰਨੇ, ਉਹਨਾਂ ਨੂੰ ਇਸ ਕੈਪੇਬਲ ਨਹੀਂ ਹੁੰਦੇਗੇ। ਸੋ ਕੀ ਆ, ਉਹ ਕਹਿੰਦੇ
ਆਪਾਂ ਉਹਨਾਂ ਦੇ ਵਿੱਚ ਕੀ ਲੈ ਕੇ ਆਉਣਾ, ਕੌਨਫੀਡੈਂਸ, ਕਰੇਜ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਟ੍ਰੇਨਿੰਗ ਦੇ ਵਿੱਚ, ਟ੍ਰੇਨਿੰਗ ਪੋਜੀਸ਼ਨ ਦੇ ਵਿੱਚ ਆਪਾਂ ਰਿਸਪੌਂਸੀਬਲ ਬਣਾਉਣਾ ਉਹਨਾਂ ਦੀ ਪੋਜੀਸ਼ਨ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਆਪਾਂ ਕੰਮ ਕਰਨਾ, ਤਾਂ ਕਿ ਉਹ ਬਿਲਕੁਲ ਵੀ ਡਿਸਕਰੇਜ ਨਾ ਹੋਣ, ਨਾ ਹੀ ਡਿਸਮੋਟੀਵੇਟ ਹੋਣ। ਠੀਕ ਹੈ, ਬਿਲਕੁਲ ਕੌਨਫੀਡੈਂਸ ਰਹਿਣ। ਤਾਂ ਆਪਣੇ ਕੋਲੇ 3 ਐਲੀਮੈਂਟਸ ਆਉਂਦੇ ਹੈ ਜਿਹੜੀਆਂ ਸਹੀ ਤਰੀਕੇ ਨਾਲ ਇਫੈਕਟਿਵ ਬਣਾਉਂਦੀਆਂ, ਅਪਰੇਜ਼ਲ, ਕਾਉਂਸਲਿੰਗ ਐਂਡ ਕੋਚਿੰਗ। ਅਪਰੇਜ਼ਲ ਕੀ ਹੁੰਦਾ, ਇਵੈਲੂਏਟ ਕਰਨਾ ਕਿਸੇ ਵੀ ਚੀਜ਼ ਨੂੰ, ਕੰਮ ਨੂੰ ਕਰਨ ਦੇ। ਤਾਂ ਪਰਫਾਰਮੈਂਸ ਕੀ, ਉਹ ਕਹਿੰਦੇ ਸਬੋਰਡੀਨੇਟਸ ਦੀ ਜੋ ਵੀ ਕੰਮ ਨੂੰ ਕਰਦੇ ਆ ਉਹਦੀ ਪਰਫਾਰਮੈਂਸ, ਉਹ ਸਬੋਰਡੀਨੇਟ ਸ਼ੁੱਡ ਬੀ ਜੱਜ ਔਨ ਦੀ ਬੇਸਿਸ ਆਫ ਪ੍ਰੀ ਡਿਟਰਮਾਈਨਡ ਸਟੈਂਡਰਡਸ। ਪ੍ਰੀ ਕਿਹੜੇ ਹੁੰਦੇ ਆ, ਜੋ ਪਹਿਲਾਂ ਹੀ ਆਪਾਂ ਡਿਟਰਮਾਈਨ ਕਰ ਲੈਂਦੇ ਹੁੰਦੇ, ਪਹਿਲਾਂ ਹੀ ਨਿਸ਼ਚਿਤ ਕੀਤੇ ਹੋਏ ਆ ਸਟੈਂਡਰਡਸ, ਉਹਦੇ ਅਕੋਰਡਿੰਗ ਉਹਨਾਂ ਨੂੰ ਇਵੈਲੂਏਟ ਕਰਨਾ, ਉਹਨਾਂ ਦੀ ਪਰਫਾਰਮੈਂਸ ਨੂੰ, ਕਿ ਉਸ ਤਰੀਕੇ ਨਾਲ ਉਹ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ। ਕਾਉਂਸਲਿੰਗ ਹੁੰਦਾ ਵਾ ਕਿ ਆਪਾਂ ਕਿਸੇ ਨਾਲ ਡਿਸਕਸ਼ਨ ਵਗੈਰਾ ਕਰਕੇ, ਠੀਕ ਹੈ, ਉਹ ਕਰਨਾ, ਮਤਲਬ ਉਹਨਾਂ ਨੂੰ ਕੰਮ ਵਗੈਰਾ ਦੱਸਣਾ। ਇਟ ਮੀਨਸ ਡਿਸਕਸ਼ਨ ਵਿਦ ਦੀ ਸਬੋਰਡੀਨੇਟ ਟੂ ਐਲੀਮੀਨੇਟ ਦੇਅਰ ਪ੍ਰੋਬਲਮਸ। ਅਗਰ ਉਹਨਾਂ ਨਾਲ ਡਿਸਕਸ਼ਨ ਕਰਾਂਗੇ, ਠੀਕ ਹੈ, ਸਲਾਹ ਵਗੈਰਾ ਕਰਾਂਗੇ, ਤਾਂ ਫਿਰ ਹੀ ਸਬੋਰਡੀਨੇਟਸ ਦੀਆਂ ਜੋ ਵੀ ਪ੍ਰੋਬਲਮਸ ਉਹ ਖਤਮ ਕਰ ਪਾਵਾਂਗੇ। ਐਲੀਮੀਨੇਟ ਹੁੰਦਾ ਖਤਮ ਕਰਨਾ ਜੋ ਵੀ ਪ੍ਰੋਬਲਮਸ ਹੈਗੀਆਂ ਸਬੋਰਡੀਨੇਟਸ ਦੀਆਂ। ਇਸ ਕਰਕੇ ਕੀ ਹੈ, ਇਹ ਹੈਲਪ ਕਰਦਾ ਆਪਾਂ ਨੂੰ ਉਹਨਾਂ ਦੀ ਪਰਫਾਰਮੈਂਸ ਨੂੰ ਇੰਪਰੂਵ ਕਰਨ ਦੇ ਵਿੱਚ। ਅਗਰ ਉਹਨਾਂ ਨਾਲ ਆਪਾਂ ਬਿਲਕੁਲ ਕੁਝ ਪੁੱਛਾਂਗੇ ਨਹੀਂ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ, ਤਾਂ ਉਹ ਬਿਲਕੁਲ ਆਪਾਂ ਨੂੰ ਹੋ ਸਕਦਾ ਵਾ ਉਹ ਹੈਜ਼ੀਟੇਟ ਹੁੰਦੇ ਹੋਣ, ਆਪਾਂ ਨਾ। ਇਸ ਕਰਕੇ ਕੀ ਡਿਸਕਸ਼ਨ ਕਰਦੇ ਰਹਿਣਾ ਚਾਹੀਦਾ ਵਾ, ਤਾਂ ਕਿ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਕੰਮ ਦੇ ਜਦੋਂ ਕੰਮ ਕਰ ਰਹੇ ਹੁੰਦੇ ਆ। ਕੋਚਿੰਗ, ਹੁਣ ਉਹਨਾਂ ਨੂੰ ਆਪਾਂ ਟ੍ਰੇਨਿੰਗ ਵਗੈਰਾ ਦੇਣੀ, ਕੋਚਿੰਗ ਵਗੈਰਾ ਪ੍ਰੋਵਾਈਡ ਕਰਨੀ। ਤਾਂ ਕੀ ਹੈ, ਇਟ ਇੰਪਲਾਈਜ਼ ਐਕਟੀਵਿਟੀ ਬੀਂਗ ਕੈਰੀਡ ਆਊਟ ਬਾਈ ਦਾ superior ਟੂ ਇੰਪਰੂਵ ਦਾ ਐਬਿਲਿਟੀ ਆਫ ਦਾ ਸਬੋਰਡੀਨੇਟ ਇਨ ਅਸੈਪਟਿੰਗ ਦਾ ਡੈਲੀਗੇਸ਼ਨ। ਜਦੋਂ ਆਪਾਂ ਸਾਰੇ ਦੇ ਸਾਰੇ ਰਾਈਟਸ ਆਪਾਂ ਆਪਣੇ ਕੋਲ ਹੁੰਦੇ ਆ, ਡੈਲੀਗੇਸ਼ਨ ਹੁੰਦਾ ਕਿ ਆਪਾਂ ਨੂੰ ਕੋਈ ਚੀਜ਼ ਮਿਲ ਜਾਂਦੀ ਹੈ, ਤਾਂ ਉਹਦੇ ਅਕੋਰਡਿੰਗ ਹੀ ਆਪਾਂ ਕੰਮ ਨੂੰ ਕਿਸ ਤਰੀਕੇ ਨਾਲ ਕਰਨਾ ਵਾ, ਵੱਧ ਤੋਂ ਵੱਧ ਕਰਨਾ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਵਾ ਕੋਚਿੰਗ ਦੇ ਵਿੱਚ। ਠੀਕ ਹੈ, ਤਾਂ ਨੈਕਸਟ ਹੁਣ ਆਪਣੇ ਕੋਲ ਕੀ ਹੈ, ਸੈਟਿੰਗ ਦਾ ਐਡੂਕੇਟ ਕੰਟਰੋਲ। ਐਡਿਕੁਏਟ ਹੁੰਦਾ ਜਿਹੜੇ ਇਨਫ ਕੰਟਰੋਲ ਹੁੰਦੇ, ਸਫੀਸ਼ੀਐਂਟ ਹੈ, ਉਹ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਹੈ। ਸਮ ਟਾਈਮ ਕੀ ਹੈ, ਸਪੀਰੀਅਰਸ ਕੌਣ ਹੁੰਦੇ ਆ, ਹਾਇਰ ਲੈਵਲ ਵਾਲੇ ਅਵੋਇਡ ਕਰ ਦਿੰਦੇ ਡੈਲੀਗੇਟਿੰਗ ਅਥਾਰਟੀ ਡਿਊ ਟੂ ਇਨਐਡਿਕੁਏਟ ਕੰਟਰੋਲ। ਇਨਐਡਿਕੁਏਟ ਮਤਲਬ ਜਦੋਂ ਉਹਨਾਂ ਕੋਲੇ ਹੱਦ ਤੋਂ ਵੱਧ ਹੀ ਆਪਣੇ ਕੋਲੇ ਕੰਮ ਆ ਜਾਂਦਾ ਵਾ, ਉਸ ਦੇ ਦੌਰਾਨ ਉਹ ਕੀ ਹੈ, ਕਈ ਵਾਰ ਉਹ ਅਵੋਇਡ ਕਰ ਦਿੰਦੇ ਹੈ, ਬਿਕੋਜ਼ ਦੇ ਕੈਨ ਡੈਲੀਗੇਟ ਓਨਲੀ ਅਥਾਰਟੀ। ਕੀ ਹੈ, ਸਿਰਫ ਉਹ ਅਥਾਰਟੀ ਆਪਣੇ ਕੋਲੇ ਡੈਲੀਗੇਟ ਕਰ ਰਿਹਾ, ਨਾਟ ਦਾ ਰਿਸਪੌਂਸਿਬਿਲਿਟੀ ਫॉर ਕੰਪਲੀਸ਼ਨ ਆਫ ਟਾਸਕ ਅਸਾਈਨ ਟੂ ਦਾ ਸਬੋਰਡੀਨੇਟਸ। ਫਿਰ ਮਤਲਬ ਆਹ ਸਾਰੀਆਂ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਲੱਗਣਗੇ। ਇਸ ਕਰਕੇ ਕੀ ਹੈ, ਐਡਵੋਕੇਟ ਕੰਟਰੋਲ ਹੋਣਾ ਚਾਹੀਦਾ। ਇਹ ਨਹੀਂ ਕਿ ਇਨਐਡਿਕੁਇਟੀ ਹੋਵੇ, ਕਿ ਕੰਮ ਆਪਾਂ ਨੂੰ ਬਹੁਤ ਜ਼ਿਆਦਾ ਦਿੱਤਾ ਹੋਵੇ ਕਿ ਆਪਾਂ ਕੰਮ ਨੂੰ ਪੂਰਾ ਵੀ ਨਾ ਕਰ ਪਾਈਏ। ਨੈਕਸਟ ਹੈ ਪ੍ਰੋਪਰ ਕਮਿਊਨੀਕੇਸ਼ਨ। ਪ੍ਰੋਪਰ ਕਮਿਊਨੀਕੇਸ਼ਨ ਆਪਣੀ ਕਿਹਦੇ ਵਿੱਚ ਹੋਣੀ ਚਾਹੀਦੀ ਹੈ, ਵਧੀਆ, ਸੁਪੀਰੀਅਰਸ ਐਂਡ ਸਬੋਰਡੀਨੇਟਸ ਦੋਨਾਂ ਦੇ ਵਿੱਚ ਹੀ, ਕਿ ਸੁਪੀਰੀਅਰ ਉਹਨਾਂ ਨੂੰ ਸਹੀ ਤਰੀਕੇ ਨਾਲ ਸਾਰਾ ਕੁਝ ਦੱਸ ਦੇਣ। There should be a clear line of communication between superior and subordinates in ਆਪਾਂ ਕਹਿ ਦਈਏ, in other words there should be two-way communication। ਦੋਵੇਂ ਕੀ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਕੰਟੈਕਟ ਕਰਨਾ, ਵੀ ਇਹ ਨਾ ਹੋਵੇ ਕਿ ਮਤਲਬ ਸੁਪੀਰੀਅਰ ਨੇ ਸਬੋਰਡੀਨੇਟ ਨੂੰ ਦੱਸਿਆ ਹੀ ਨਹੀਂ ਕੰਮ ਕਿਸ ਤਰੀਕੇ ਨਾਲ ਕਰਨਾ ਵਾ, ਠੀਕ ਹੈ, ਜਾਂ ਸਬੋਰਡੀਨੇਟਸ ਕੰਮ ਕਰਕੇ ਉਹਨਾਂ ਨੂੰ ਦੱਸ ਨਹੀਂ ਰਹੇ। ਤਾਂ ਸੁਪੀਰੀਅਰਸ ਕੀ ਸ਼ੁੱਡ ਪ੍ਰੋਵਾਈਡ ਨੈਸੈਸਰੀ ਇਨਫੋਰਮੇਸ਼ਨ, ਗਾਈਡੈਂਸ ਐਂਡ ਟੈਕਨੀਕਲ ਡਾਟਾ ਇਨ ਕਲੀਅਰ ਟੂ ਦਾ ਸਬੋਰਡੀਨੇਟਸ। ਠੀਕ ਹੈ, ਸਬੋਰਡੀਨੇਟਸ ਨੂੰ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਪ੍ਰੋਵਾਈਡ ਕਰ ਦੇਣਾ। ਨੈਕਸਟ ਹੈ ਕੋਆਰਡੀਨੇਸ਼ਨ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ, ਮਤਲਬ ਤਾਲਮੇਲ ਹੋਣੀ ਚਾਹੀਦੀ ਹੈ। ਜਦੋਂ ਕਹਿੰਦੇ ਕੀ ਹੈ, ਆਪਣੇ ਕੋਲ ਹਿਊਮਨ ਬੀਇੰਗਸ ਆਰ ਦਾ ਗ੍ਰੇਟੈਸਟ ਐਸਿਟ ਆਫ ਦਾ ਬਿਜ਼ਨਸ ਐਂਟਰਪ੍ਰਾਈਜ਼। ਹਿਊਮਨਸ ਨੂੰ ਆਰਗੇਨਾਈਜੇਸ਼ਨ ਦੇ ਵਿੱਚ ਮੇਨ ਮੰਨਿਆ ਜਾਂਦਾ ਵਾ, ਕਿ ਲੈਕ ਆਫ ਕੋਆਰਡੀਨੇਸ਼ਨ ਐਂਡ ਟੀਮ ਸੈਪਰੇਟ ਅਮੰਗ ਦਾ ਹੈਂਪਰ ਦਾ ਪ੍ਰੋਸੈਸ ਆਫ ਡੈਲੀਗੇਸ਼ਨ। ਮਤਲਬ ਡੈਲੀਗੇਸ਼ਨ ਉੱਥੇ ਜਿਹੜੀ ਆਪਾਂ ਨੂੰ ਕੰਮ ਸੌਂਪਿਆ ਹੁੰਦਾ, ਉਹ ਸਾਰਾ ਖਰਾਬ ਹੋ ਜਾਂਦਾ ਵਾ ਕੋਆਰਡੀਨੇਸ਼ਨ ਦੇ ਕਾਰਨ। ਸੋ ਕੀ ਹੈ, ਜਿੱਥੇ ਟੀਮ ਸੈਪਰੇਟ ਵੀ ਨਹੀਂ ਹੁੰਦੀਗੀ, ਦੇਰ ਇਜ਼ ਨੀਡ ਟੂ ਕ੍ਰੀਏਟ ਅ ਮਿਊਚੁਅਲ ਟਰਸਟ ਐਂਡ ਫੇਥ ਅਮੰਗ ਦਾ ਰੈਂਕ ਐਂਡ ਫੀਲਡ ਆਫ ਦਾ ਆਰਗੇਨਾਈਜੇਸ਼ਨ, ਫਾਈਲ ਆਫ ਦਾ। ਤਾਂ ਫਿਰ ਅਗਰ ਉਹਨਾਂ ਵਿੱਚ ਮਿਊਚੁਅਲ ਟਰਸਟ ਹੋਊਗਾ, ਆਪਸ ਦੇ ਵਿੱਚ ਹੋਊਗਾ, ਠੀਕ ਹੈ, ਕੰਟੈਕਟ ਵਗੈਰਾ ਵੀ ਕਰਦੇ ਰਹਿਣਗੇ, ਤਾਂ ਹੋ ਸਕਦਾ ਵਾ ਕਿ ਉਹਨਾਂ ਵਿੱਚ ਵੀ ਪੂਰੀ ਦੀ ਪੂਰੀ ਕੋਆਰਡੀਨੇਸ਼ਨ ਹੈ ਜੋ ਆਪਸ 'ਚ ਬਣੀ ਰਹੇ, ਅਤੇ ਆਰਗੇਨਾਈਜੇਸ਼ਨ ਵੀ ਵਧੀਆ ਕੰਮ ਨੂੰ ਕਰੇ। ਨੈਕਸਟ ਹੈ ਸਟ੍ਰਿਕਟਲੀ ਫੋਲੋਇੰਗ ਦਾ ਪ੍ਰਿੰਸੀਪਲ ਆਫ ਡੈਲੀਗੇਸ਼ਨ। ਜਿੰਨੇ ਪ੍ਰਿੰਸੀਪਲ ਆਫ ਡੈਲੀਗੇਸ਼ਨ ਹੈ, ਆਪਾਂ ਨੂੰ ਡੈਲੀਗੇਸ਼ਨ ਮਤਲਬ ਜੋ ਆਪਾਂ ਕਿਸ ਤਰੀਕੇ ਨਾਲ ਆਪਾਂ ਕੰਮ ਨੂੰ ਸੌਂਪਣਾ ਵਾ ਦੂਸਰੇ ਪਰਸਨ ਨੂੰ, ਸਟ੍ਰਿਕਟਲੀ ਫੋਲੋ ਕਰਨੇ ਆ, ਕਿ ਸਹੀ ਤਰੀਕੇ ਨਾਲ ਹੀ ਨਹੀਂ ਕਿ ਆਪਾਂ ਉਹਨਾਂ ਨੂੰ ਫੋਲੋ ਹੀ ਨਹੀਂ ਕਰ ਰਹੇ। ਜਿੱਦਾਂ ਆਪਾਂ ਕੀਤੇ ਸੀਗੇ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ ਕੀ ਹੁੰਦਾ, ਆਰਡਰ, ਠੀਕ ਹੈ, ਸਕੇਲਰ ਪ੍ਰਿੰਸੀਪਲ, ਪੈਰਿਟੀ ਬਿਟਵੀਨ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਕਲੀਅਰ ਹੋਵੇ ਕਿ ਅਥਾਰਟੀ ਕਿਹਨੂੰ ਦਿੱਤੀ ਗਈ ਹੈ ਅਤੇ ਰਿਸਪੌਂਸਿਬਿਲਿਟੀ ਕਿਹਨੂੰ ਦਿੱਤੀ ਗਈ ਹੈ। ਅਦਰਸ ਆਪਣੇ ਕੋਲ ਜਿੰਨੇ ਵੀ ਹੁੰਦੇ ਉਹ ਸਹੀ ਤਰੀਕੇ ਨਾਲ ਆਪਾਂ ਨੂੰ ਪੂਰੇ ਦੀ ਪੂਰੀ ਕਲੀਅਰਲੀ ਫਾਰਮ ਦੇ ਵਿੱਚ ਹੋਣੇ ਚਾਹੀਦੇ ਹੈ। ਤਾਂ ਨੈਕਸਟ ਹੁਣ ਆਪਣੇ ਕੋਲ ਕੀ ਹੈ, ਡੀਸੈਂਟਰਲਾਈਜੇਸ਼ਨ।
ਦੋ ਤਰ੍ਹਾਂ ਦੇ ਹੁੰਦੇ, ਇੱਕ ਆਪਣੇ ਕੋਲੇ ਸੈਂਟਰਲਾਈਜੇਸ਼ਨ ਵੀ ਹੁੰਦਾ ਤੇ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਕਿੱਥੇ ਆਪਾਂ ਯੂਜ਼ ਕਰਦੇ ਹਾਂ, ਜਿੱਥੇ ਆਰਗੇਨਾਈਜੇਸ਼ਨ ਦਾ ਕੰਮ, ਆਰਗੇਨਾਈਜੇਸ਼ਨ ਬਹੁਤ ਵੱਡੀ ਹੁੰਦੀ ਹੈ, ਠੀਕ ਹੈ, ਉਸ ਤਰੀਕੇ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ, ਡੀਸੈਂਟਰਲਾਈਜੇਸ਼ਨ। ਕਿਉਂਕਿ ਡੀਸੈਂਟਰਲਾਈਜੇਸ਼ਨ ਇਹ ਨਹੀਂ ਗਾ ਕਿ ਆਪਾਂ ਸਿਰਫ ਇੱਕ ਪਰਸਨ ਕੋਲ ਹੀ ਰਾਈਟਸ ਹੁੰਦੇ ਆ, ਹਰ ਇੱਕ ਪਰਸਨ ਕੋਲੇ ਰਾਈਟਸ ਹੁੰਦੇ ਆ। Decentralization can be defined as even and systematic distribution of authority of every level of management, कि हर एक level of management चाहे वो टॉप मिडल लोअर भी अपने आप वो डिसीजन सारे ਦੇ ਸਾਰੇ ਲੈ ਸਕਦੇ ਆ, ਵੀ ਕਿਸੇ ਉੱਪਰ ਕੋਈ ਬਰਡਨ ਇਹਦੇ ਵਿੱਚ ਨਹੀਂ ਹੁੰਦਾ। ਨੈਕਸਟ ਕੀ ਅੰਡਰ ਡੀਸੈਂਟਰਲਾਈਜੇਸ਼ਨ ਐਵਰੀ EMPLOYEE ਵਰਕਿੰਗ ਐਟ ਡਿਫਰੈਂਟ ਲੈਵਲ ਗੈਟ ਸਮ ਸ਼ੇਅਰ ਇਨ ਦਾ ਅਥਾਰਟੀ, ਵੀ ਆਪਣੇ ਅਕੋਰਡਿੰਗ ਉਹ ਸਾਰਾ ਦਾ ਸਾਰਾ ਕੰਮ ਕਰ ਸਕਦਾ ਵਾ, ਉਹਨਾਂ ਨੂੰ ਈਜ਼ੀ ਹੋ ਜਾਂਦਾ ਵਾ, ਠੀਕ ਹੈ, ਡੀਸੈਂਟਰਲਾਈਜੇਸ਼ਨ ਦੇ ਵਿੱਚ। ਡੀਸੈਂਟਰਲਾਈਜੇਸ਼ਨ ਜਿੱਥੇ ਆਪਣੀ ਜ਼ਿਆਦਾ ਵੱਡੀ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਬੈਨੀਫਿਟ ਹੁੰਦਾ, ਕਿਉਂਕਿ ਇਹ ਹਰ ਇੱਕ ਪਰਸਨ ਕੋਲੇ ਡਿਵਾਈਡ ਕੀਤੀ ਵੀ ਹੁੰਦੀ ਹੈ, ਚਾਹੇ ਉਹ ਟੌਪ ਹੈ, ਚਾਹੇ ਉਹ ਮਿਡਲ ਹੈ, ਚਾਹੇ ਉਹ ਲੋਅਰ। ਆਪਾਂ ਕੀਤੇ ਸੀਗੇ ਨਾ ਕਿ ਟੌਪ ਲੈਵਲ ਵਾਲੇ, ਮਿਡਲ ਵਾਲੇ ਐਂਡ ਲੋਅਰ ਵਾਲੇ, ਤਾਂ ਇਹਨਾਂ ਤਿੰਨਾਂ ਕੋਲ ਹੀ ਉਹ ਕਹਿੰਦੇ ਅਥਾਰਟੀ ਦਿੱਤੀ ਗਈ ਹੈ, ਕਿਸੇ ਨੂੰ ਮਤਲਬ ਡਿਸੀਜ਼ਨਸ ਲੈਣ ਦੀ ਇਹ ਨਹੀਂ ਗਾ ਕਿ ਉਹਨੂੰ ਪਰਮਿਸ਼ਨ ਲੈਣੀ ਪਊਗੀ ਦੂਸਰੇ ਪਰਸਨ ਤੋਂ। ਇੰਪੋਰਟੈਂਸ ਕੀ ਹੈ ਡੀਸੈਂਟਰਲਾਈਜੇਸ਼ਨ ਦਾ, ਰਿਡਿਊਸ ਦਾ ਬਰਡਨ ਆਫ ਟॉप ਮੈਨੇਜਮੈਂਟ। ਟॉप ਮਤਲਬ ਜਿਹੜੀ ਹਾਇਰ ਲੈਵਲ ਵਾਲੀ ਹੁੰਦੀ ਹੈ, ਅੱਗੇ ਸਾਰੇ ਡਿਸੀਜਨਸ ਇਹੀ ਲੈਂਦੀ ਹੁੰਦੀ ਹੈ, ਇਹ ਕਿਹਨੂੰ ਦੱਸਦੀ ਹੈ, ਫਿਰ ਮਿਡਲ ਨੂੰ, ਮਿਡਲ ਕਿਹਨੂੰ ਦੱਸਦੀ ਹੈ, ਲੋਅਰ ਨੂੰ। ਇਹਦੇ ਸਾਰੇ ਬਰਡਨ ਘੱਟ ਗਏ, ਕਿਉਂ ਘੱਟ ਗਏ, ਕਿਉਂਕਿ ਸਭ ਕੋਲ ਹੀ ਆਪਣੀ ਅਕੋਰਡਿੰਗ ਉਹ ਡਿਸੀਜਨਸ ਲੈ ਸਕਦੀ ਹੈ, ਕਿਉਂਕਿ ਕੰਮ ਨੂੰ ਆਪਾਂ ਕੀ ਕਰਤਾ, ਇਕੁਅਲੀ ਕਰਤਾ, ਡਿਸਟਰੀਬਿਊਟ ਕਰਤਾ ਹਰ ਇੱਕ ਨੂੰ। ਡਿਫਾਈਨ ਐਸ ਈਵਨ ਹੁੰਦਾ ਕਿ ਇਕੁਅਲੀ ਆਪਾਂ ਡਿਸਟਰੀਬਿਊਟ ਕੀਤਾ, ਇਕੁਅਲੀ ਫਾਰਮ ਦੇ ਵਿੱਚ ਸਭ ਨੂੰ ਵੰਡਤਾ। ਕੁਇਕ ਡਿਸੀਜਨਸ, ਜਲਦੀ ਡਿਸੀਜਨਸ ਲੈ ਲਾਂਗੇ। ਕਿੱਥੇ ਤਾਂ ਆਪਾਂ ਪਹਿਲਾਂ ਕੀ ਸੀਗਾ, ਟੌਪ ਵਾਲਾ ਮਿਡਲ ਨੂੰ ਦੱਸਦਾ ਸੀ, ਮਿਡਲ ਲੋਅਰ ਨੂੰ, ਠੀਕ ਹੈ, ਫਿਰ ਅੱਗੇ ਨੈਕਸਟ ਕੰਮ ਸਟਾਰਟ ਹੁੰਦਾ ਸੀ। ਹੁਣ ਕੀ ਹੈ, ਸਿੱਧਾ ਡਿਸੀਜਨ ਜਿਹਨੇ ਆਪਣੇ ਅਕੋਰਡਿੰਗ ਕੰਮ ਨੂੰ ਕਰਨਾ ਉਹ ਸਾਰੇ ਦੇ ਸਾਰੇ ਆਪਾਂ ਕਰ ਸਕਦੇ ਹਾਂ। ਗਰੋਥ ਐਂਡ ਡਿਵਰਸੀਫਿਕੇਸ਼ਨ, ਕਿ ਕੰਮ ਨੂੰ ਆਪਾਂ ਵੰਡਤਾ ਹਰ ਇੱਕ ਦੇ ਵਿੱਚ, ਤੇ ਆਪਣੀ ਫਿਰ ਜਦੋਂ ਆਪਾਂ ਕੰਮ ਨੂੰ ਵੰਡਤਾ ਆਪਣੇ ਡਿਸੀਜਨਸ ਵੀ ਜਲਦੀ ਆਉਣ ਲੱਗ ਗਏ, ਠੀਕ ਹੈ, ਕੰਮ ਵਿੱਚ ਦੇਰੀ ਵੀ ਨਹੀਂ ਹੋਈ, ਤਾਂ ਉਹਦੇ ਕਰਕੇ ਕੀ ਹੈ, ਗਰੋਥ ਵੀ ਆਪਣੀ ਕੀ ਹੈ, ਜ਼ਿਆਦਾ ਹੁੰਦੀ ਹੈ ਬਿਜ਼ਨਸ ਦੀ। ਰਿਸਕ ਵੀ ਘੱਟ ਜਾਂਦਾ। ਰਿਸਕ ਕੀ ਹੈ, ਪਹਿਲਾਂ ਆਪਣੇ ਕੋਲ ਇੱਕ ਪਰਸਨ ਜਿਹੜਾ ਸਾਰਾ ਦਾ ਸਾਰਾ ਕਰਦਾ ਸੀ ਉਹਦੇ ਕੋਲ ਹੀ ਹੁੰਦਾ ਸੀ, ਹੁਣ ਹਰ ਇੱਕ ਕੋਲ ਹੀ ਅਥਾਰਟੀ ਹੈਗੀ ਹੈ। ਇਨੀਸ਼ੀਏਟਿਵ ਐਂਡ ਡਾਇਨਾਮਿਜ਼ਮ, ਇਨੀਸ਼ੀਏਟਿਵ ਹੁੰਦਾ ਕਿ ਆਪਣੇ ਕੋਲੇ ਮਤਲਬ ਆਪਾਂ ਕਹਿੰਦੇ ਕਿ ਫਸਟ ਪ੍ਰੈਫਰੈਂਸ, ਕਿ ਆਪਾਂ ਕੰਮ ਨੂੰ ਕਿਸੇ ਕੋਲੇ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਟੌਪ ਵਾਲੇ ਹੀ ਬਹੁਤ ਜ਼ਿਆਦਾ ਉਹਨਾਂ ਕੋਲ ਹੀ ਇੰਟੈਲੀਜੈਂਟ ਹੁੰਦੇ ਆ ਅਤੇ ਉਹ ਆਪਣੇ ਅਕੋਰਡਿੰਗ ਡਿਸੀਜਨਸ ਲੈ ਸਕਦੇ ਆ, ਅਤੇ ਨਵੇਂ ਨਵੇਂ ਆਈਡੀਆਜ਼ ਉਹਨਾਂ ਕੋਲੇ ਹੁੰਦੇ ਆ, ਲੋਅਰ ਵਾਲੇ ਕੋਲੇ ਵੀ ਹੁੰਦੇ। ਇਸ ਕਰਕੇ ਕੀ ਆ, ਹੁਣ ਲੋਅਰ ਲੈਵਲ ਵਾਲਿਆਂ ਕੋਲ ਵੀ ਰਾਈਟ ਹੈਗਾ ਵਾ, ਆਪਣੇ ਅਕੋਰਡਿੰਗ ਲੈ ਸਕਦੇ। ਇਸ ਕਰਕੇ ਕੀ ਹੈ, ਇਨੀਸ਼ੀਏਟਿਵ ਕਿ ਉਹਨਾਂ ਵਿੱਚ ਵੀ ਕੰਮ ਕਰਨ ਦੀ ਜ਼ਿਆਦਾ ਇੱਛਾ ਹੋਊਗੀ। ਡਾਇਨਾਮਿਜ਼ਮ ਕੀ ਹੁੰਦਾ ਵਾ, ਕੰਮ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ। ਮੋਟੀਵੇਟ ਦਾ ਮੈਨੇਜਰਸ ਨੂੰ ਮੋਟੀਵੇਟ ਕਰਦੇ ਰਹਿਣਾ ਚਾਹੀਦਾ ਵਾ, ਮੈਨੇਜਰਸ ਵੀ ਮੋਟੀਵੇਟ ਹੁੰਦੇ ਰਹਿੰਦੇ ਆ ਕਿ ਕੰਮ ਨੂੰ ਸਾਰੇ ਪਰਸਨਸ ਦੇ ਵਿੱਚ ਡਿਵਾਈਡ ਕੀਤਾ ਗਿਆ ਵਾ। ਬੈਟਰ ਕੋਆਰਡੀਨੇਸ਼ਨ ਆਪਣੀ ਜ਼ਿਆਦਾ ਹੁੰਦੀ ਹੈ, ਠੀਕ ਹੈ। ਅਗਰ ਕੋਆਰਡੀਨੇਸ਼ਨ ਜ਼ਿਆਦਾ ਵਧੀਆ ਹੋਊਗੀ ਆਪਸ ਦੇ ਵਿੱਚ ਸਾਰਿਆਂ ਵਿੱਚ ਵੀ ਪੂਰਾ ਦਾ ਪੂਰਾ ਕੰਟੈਕਟ ਵੀ ਵਧੀਆ ਵਾ, ਕੰਮ ਵੀ ਵਧੀਆ ਕਰ ਰਹੇ ਆ, ਤਾਂ ਜੋ ਵੀ ਆਪਣਾ ਬਿਜ਼ਨਸ ਦਾ ਜੋ ਏਮ ਹੈ ਉਹ ਕੰਪਲੀਟ ਹੋ ਜਾਂਦਾ। ਕਮਿਊਨੀਕੇਸ਼ਨ ਸਿਸਟਮ ਵੀ ਆਪਣਾ ਇਫੈਕਟਿਵ ਹੋਣਾ ਚਾਹੀਦਾ ਵਾ, ਕਿ ਜੋ ਵੀ ਆਪਾਂ ਕਮਿਊਨੀਕੇਸ਼ਨ ਮਤਲਬ ਸੁਪੀਰੀਅਰਸ, ਸਬੋਰਡੀਨੇਟਸ ਆਪਸ ਦੇ ਵਿੱਚ ਕੰਟੈਕਟ ਇਹ ਕਰਦੇ ਰਹਿਣ, ਠੀਕ ਹੈ। ਤਾਂ ਇੰਨਾ ਹੀ ਟੌਪਿਕ ਸੀ ਆਪਣਾ ਡੀਸੈਂਟਰਲਾਈਜੇਸ਼ਨ, ਅਤੇ ਉਹਦੀਆਂ ਕੀ ਆਪਾਂ ਸਟੈਪਸ ਕੀਤੇ ਹੈ ਡੈਲੀਗੇਸ਼ਨਾਂ ਨੂੰ ਇਫੈਕਟਿਵ ਬਣਾਉਣ ਦੇ ਲਈ, ਠੀਕ ਹੈ, ਉਹ ਸਾਰੀ।